दैनिक सवेरा न्यूज़ रूम लाइव ਤੁਹਾਡਾ ਸਵਾਗਤ। ਇਸ ਵੇਲੇ ਦੀ ਵੱਡੀ ਖਬਰ ਜੋ ਦਿੱਲੀ ਤੋਂ ਆ ਰਹੀ ਹੈ, ਕਿਸਾਨਾਂ ਨੇ ਕੇਂਦਰ ਦੀ ਮੀਟਿੰਗ ਦਾ ਸੱਦਾ ਕਬੂਲ ਲਿਆ। ਕਿਸਾਨ ਜਥੇਬੰਦੀਆਂ ਦੀ ਮੀਟਿੰਗ ਦਿੱਲੀ ਦੇ ਬਾਰਡਰ ਦੇ ਉੱਪਰ ਹੋ ਰਹੀ ਸੀ, ਜਿਸ ਦੇ ਵਿੱਚ ਫੈਸਲਾ ਲਿਆ ਗਿਆ ਕਿ ਕਿਸਾਨ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ। 3 ਵਜੇ ਦਿੱਲੀ ਦੇ ਵਿਗਿਆਨ ਭਵਨ ਦੇ ਵਿੱਚ ਮੀਟਿੰਗ ਹੋਏਗੀ। ਲਗਾਤਾਰ ਅੱਜ 6ਵਾਂ ਦਿਨ ਹੈ ਜਦੋਂ ਦਿੱਲੀ ਦੇ ਬਾਰਡਰਾਂ ਦੇ ਉੱਪਰ ਕਿਸਾਨ ਡਟੇ ਹੋਏ ਨੇ ਤੇ ਮੰਗ ਕੀਤੀ ਜਾ ਰਹੀ ਸੀ ਮਸਲੇ ਦਾ ਹੱਲ ਹੋਵੇ, ਕੇਂਦਰ ਗੱਲ ਕਰੇ। ਕੇਂਦਰ ਗੱਲ ਕਰਨ ਨੂੰ ਤਿਆਰ ਸੀ, ਲੇਕਿਨ ਕਿਸਾਨ ਜਥੇਬੰਦੀਆਂ ਜਾਣ ਨੂੰ ਤਿਆਰ ਨਹੀਂ ਸੀ। ਲੇਕਿਨ ਹੁਣ ਕਿਸਾਨ ਜਥੇਬੰਦੀਆਂ ਨੇ ਫੈਸਲਾ ਲਿਆ ਕਿ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ। 30 ਤੋਂ ਵੱਧ ਕਿਸਾਨਾਂ ਦੇ ਜੋ ਜਥੇਬੰਦੀਆਂ ਦੇ ਅਗਵਾਈ ਕਰਤਾ ਨੇ ਉਹ ਇਸ ਮੀਟਿੰਗ ਦੇ ਵਿੱਚ ਹਿੱਸਾ ਲੈਣਗੇ। ਦਿੱਲੀ ਦੇ ਵਿਗਿਆਨ ਭਵਨ ਦੇ ਵਿੱਚ ਕੇਂਦਰ ਦੇ ਨਾਲ ਇਹ ਮੀਟਿੰਗ ਹੋਏਗੀ। ਕਿਸਾਨਾਂ ਨੇ ਹੋਰ ਕੀ ਕੁਝ ਕੀਤਾ ਹੈ, ਆਪਣੀ ਮੀਟਿੰਗ ਦੇ ਬਾਅਦ ਕੀ ਫੈਸਲਾ ਲਿਆ ਹੈ, ਜਾਣਕਾਰੀ ਦੇਣ ਲਈ ਫੋਨ ਲਾਈਨ ਤੇ ਮੌਜੂਦ ਨੇ ਮੇਰੇ ਸਹਿਯੋਗੀ ਨਿਤਿਨ ਤਿਮਾਨ। ਨਿਤਿਨ, ਕਿਸਾਨਾਂ ਨੇ ਕੀ ਫੈਸਲਾ ਲਿਆ ਮੀਟਿੰਗ ਦੇ ਵਿੱਚ, ਕਿਵੇਂ ਰਾਜ਼ੀ ਹੋਏ ਨੇ ਇਸ ਮੀਟਿੰਗ ਦੇ ਵਿੱਚ ਹਿੱਸਾ ਲੈਣ ਲਈ? बिल्कुल 3 बजे किसान पहुंच रहे ने। जी मीटिंग विज्ञान भवन रखी गई है जी, सारे ही किसान आगू, सारी जथेबंदियां ने आगू पहुंच रहे ने। उस तो पहले एक अपडेट होर दे देवां कि हुणे कुछ मिनट पहला एक मीटिंग होर चल रही थी अमित शाह दी जेपी नड्डा दे घर है, ਉਹਦੇ ਵਿੱਚ पीयूष गोयल ते कृषि मंत्री मौजूद सन ਤੇ ਉਹ ਮੀਟਿੰਗ ਵੀ ਖਤਮ ਹੋ ਗਈ ਹੈ। ਇੱਕ ਮੰਥਨ ਕੀਤਾ ਗਿਆ ਪੂਰਾ ਕਿ ਕਿਸਾਨਾਂ ਨਾਲ ਕਿਆ ਕੁਝ ਗੱਲਬਾਤ ਕਰਨੀ, ਕਿਉਂਕਿ ਅਮਿਤ ਸ਼ਾਹ ਆਪ ਮੌਜੂਦ ਹੋਣਗੇ ਉਸ ਬੈਠਕ ਦੇ ਵਿੱਚ ਤੇ ਮੰਨਿਆ ਜਾ ਸਕਦਾ ਅੱਜ ਕੋਈ ਵੱਡੇ ਲੈਵਲ ਤੇ ਗੱਲਬਾਤ ਇਹਦੀ ਹੋਏਗੀ। ਪਹਿਲਾਂ ਤਾਂ ਇਹ ਅੰਦੇਸ਼ਾ ਸੰਕੇਤ ਸਰਕਾਰ ਵੱਲੋਂ ਦਿੱਤੇ ਜਾ ਰਹੇ ਸੀ ਗੱਲਬਾਤ ਇਹੀ ਕੁਝ ਨਿਕਲ ਕੇ ਆਏਗਾ। 3 ਵਜੇ ਇਹ ਸਾਰਾ ਹੁਣ ਚੀਜ਼ ਕਿਸਾਨਾਂ ਤੇ ਸੀ ਕਿ ਪਿਛਲੇ 1-2 ਦਿਨ ਦੀ ਮੈਂ ਕ੍ਰੋਨਿਕਲੀ ਤੁਹਾਨੂੰ ਦੱਸਾਂ ਤਾਂ ਪਹਿਲਾਂ ਸਰਕਾਰ 3 ਤਰੀਕ ਨੂੰ ਅੜੀ ਹੋਈ ਸੀ ਕਿ 3 ਤਰੀਕ ਨੂੰ ਬੈਠਕ ਕਰਾਣੀ, ਪਰ ਹਾਲਾਤ ਦੇ ਮੱਦੇਨਜ਼ਰ ਕਿਹਾ ਕਿ ਅਸੀਂ ਪਹਿਲਾਂ ਕਰਾ ਦਾਂਗੇ ਪਰ ਇੱਕ ਸ਼ਰਤ ਹੈ ਕਿ ਤੁਹਾਨੂੰ ਬੁਰਾੜੀ ਆਣਾ ਪਏਗਾ। ਕਿਸਾਨਾਂ ਨੇ ਮੰਗ ਨਹੀਂ ਮੰਨੀ। ਫਿਰ ਰਾਤ ਨੂੰ ਦੇਰ ਰਾਤ ਨੂੰ ਸਰਕਾਰ ਨੇ ਇਨਵੀਟੇਸ਼ਨ ਭੇਜਿਆ ਕਿ ਚਲੋ ਕੋਈ ਸ਼ਰਤ ਨਹੀਂ, ਤੁਸੀਂ ਆ ਜਾਓ ਅੱਜ 3 ਵਜੇ ਮੀਟਿੰਗ ਵਾਸਤੇ ਆ ਜਾਓ। ਉਸ ਤੋਂ ਬਾਅਦ ਸਵੇਰੇ ਫਿਰ ਕਿਸਾਨ 8 ਵਜੇ ਸਿੰਧੂ ਬਾਰਡਰ ਤੇ ਇਕੱਠੇ ਹੋਏ। 10 ਵਜੇ ਉਹਨਾਂ ਦੀ ਬੈਠਕ ਸ਼ੁਰੂ ਹੋਈ। ਬੈਠਕ ਦੇ ਵਿੱਚ ਇਹੀ ਚਰਚਾ ਕੀਤੀ ਗਈ ਕਿ ਬੈਠਕ 'ਚ ਜਾਣਾ ਚਾਹੀਦਾ ਸੈਂਟਰ ਨਾਲ ਜਾਂ ਨਹੀਂ ਜਾਣਾ ਚਾਹੀਦਾ। ਤਾਂ ਸਾਰਿਆਂ ਨੇ ਫਿਰ ਇੱਕ ਗੱਲ 'ਚ ਕਿਹਾ ਕਿ ਚਲੋ ਅਸੀਂ ਗੱਲਬਾਤ ਕਰਾਂਗੇ, ਦੇਖਾਂਗੇ ਸਰਕਾਰ ਦੇ, ਕਿਉਂਕਿ ਇਹਦੇ ਵਿੱਚ ਅਮਿਤ ਸ਼ਾਹ ਆਪ ਮੌਜੂਦ ਰਹਿਣਗੇ, ਕਰਕੇ ਗੱਲ ਕ੍ਰੈਡੀਬਲ ਹੋਏਗੀ। ਇਸ ਤੋਂ ਪਹਿਲਾਂ ਜਿਹੜੇ ਕ੍ਰਿਸ਼ੀ ਮੰਤਰੀ ਨੇ ਜਾਂ ਅਧਿਕਾਰੀ ਨੇ ਉਹਨਾਂ ਨਾਲ ਬੈਠਕ ਕਰਨ ਵਾਸਤੇ ਕਿਸਾਨ ਤਿਆਰ ਨਹੀਂ ਸੀਗੇ, ਪਰ ਜਦੋਂ ਰਾਜਨਾਥ ਸਿੰਘ ਅਮਿਤ ਸ਼ਾਹ ਇਹ ਵੀ ਮੌਜੂਦ ਹੋਣਗੇ ਤਾਂ ਇਸ ਕਰਕੇ ਕਿਸਾਨ ਉਮੀਦ ਜਤਾਈ ਜਾ ਸਕਦੀ ਕਿ ਮਸਲੇ ਦਾ ਹੱਲ ਨਿਕਲੇਗਾ, ਕੋਈ ਵੱਡੀ ਰਾਹਤ ਕਿਸਾਨਾਂ ਨੂੰ ਦਿੱਤੀ ਜਾ ਸਕਦੀ ਇਸ ਮੀਟਿੰਗ ਦੇ ਬਾਅਦ। ਬਿਲਕੁਲ ਪੋਜ਼ਿਟਿਵ ਤਰੀਕੇ ਨਾਲ ਇਹਨੂੰ ਦੇਖਿਆ ਜਾ ਸਕਦਾ ਹੈ, ਕਿਉਂਕਿ ਹੁਣ ਜਦੋਂ ਗ੍ਰਹਿ ਮੰਤਰੀ ਦੇਸ਼ ਦੇ ਆਪ ਇਹਦੇ ਵਿੱਚ ਬੈਠ ਰਹੇ ਨੇ ਉਹਨਾਂ ਨੇ ਜਿਹੜਾ ਫੈਸਲਾ ਲੈਣਾ ਉਹੀ ਫਾਈਨਲ ਲਗਭਗ ਹੋਏਗਾ। ਤੇ ਜਿਹੜੀ ਸੂਤਰਾਂ ਤੋਂ ਵੀ ਕਈ ਜਾਣਕਾਰੀਆਂ ਕਈ ਮਿਲ ਰਹੀਆਂ ਨੇ ਕਿ ਹੋ ਸਕਦਾ ਹੈ ਸਰਕਾਰ ਜਿਹੜੀ ਮੁੱਖ ਮੰਗ ਹੈ MSP ਦੀ ਉਹ ਅਮੈਂਡਮੈਂਟ ਕਰਕੇ ਕਾਨੂੰਨ ਦੇ ਵਿੱਚ ਪਾ ਦੇਵੇ। MSP ਤੇ ਮੰਡੀਆਂ ਨੂੰ ਕੁਝ ਨਹੀਂ ਹੋਏਗਾ, ਐਜ ਇਟ ਇਜ਼ ਚਲਦੀਆਂ ਰਹਿਣਗੀਆਂ, ਇਹ ਕਾਨੂੰਨ ਦੇ ਵਿੱਚ ਪਾ ਸਕਦੀ ਹੈ। ਬਾਕੀ ਕਾਨੂੰਨ ਵਾਪਸ ਇਹ लगभग नहीं होएगा, क्योंकि बार सरकार भी कह चुकी है कि वापस नहीं करना। अमेंडमेंट जरूर हो सकती है, क्योंकि आज तक जितने भी कानून होए ने, जिन्हें सरकारों ने कानून पास किए ने वापस ताजे होते हैं, उन्होंने अमेंडमेंट जरूर हो जाती है जी। अमेंडमेंट किस तरह होगी जे आज MSP ਦੇ ਵਿੱਚ ਪਾ ਦਿੱਤੀ ਜਾਂਦੀ ਹੈ ਜਿਹੜੀ ਮੁੱਖ ਮੰਗ ਹੈ, ਉਸ ਤੋਂ ਬਾਅਦ ਮੰਡੀਆਂ ਬੰਦ ਨਾ ਹੋ ਜਾਣ, ਮੰਡੀਆਂ ਇਹਦਾ ਵੀ ਪਾ ਦਿੱਤਾ ਜਾਂਦਾ ਹੈ ਤੇ ਫਿਰ ਬੜੀ ਛੇਤੀ ਇਹ ਲਾਅ ਦੇ ਵਿੱਚ ਅਮੈਂਡ ਹੋ ਕੇ ਅੰਦੋਲਨ ਜਿਹੜਾ ਉਹ ਖਤਮ ਹੋ ਸਕਦਾ ਹੈ। ਜੀ ਨਿਤਿਨ, ਤੁਸੀਂ ਪੂਰੀ ਅਪਡੇਟ ਸਾਡੇ ਤੱਕ ਪਹੁੰਚਾਉਂਦੇ ਰਹੋ। ਫਿਲਹਾਲ ਜਾਣਕਾਰੀ ਲਈ ਧੰਨਵਾਦ। ਸੋ ਕਿਸਾਨ ਮੀਟਿੰਗ ਲਈ ਰਾਜ਼ੀ ਹੋਏ ਨੇ। ਜਦੋਂ ਕੇਂਦਰ ਨੇ ਕਿਹਾ ਕਿ ਬਿਨਾਂ ਕਿਸੇ ਸ਼ਰਤ ਦੇ ਮੀਟਿੰਗ ਲਈ ਆ ਜਾਓ ਤਾਂ ਕਿਸਾਨਾਂ ਨੇ ਵੀ ਹਾਂ ਦਾ ਹੁੰਗਾਰਾ ਭਰ ਦਿੱਤਾ ਹੈ ਤੇ ਹੁਣ ਇਸ ਮੀਟਿੰਗ ਤੇ ਨਜ਼ਰਾਂ ਟਿਕੀਆਂ ਹੋਈਆਂ ਨੇ। ਪਹਿਲ ਸਵੇਰ ਤੋਂ ਮੀਟਿੰਗਾਂ ਦਾ ਦੌਰ ਪਹਿਲਾਂ ਵੀ ਜਾਰੀ ਸੀ। ਇੱਕ ਪਾਸੇ ਕੇਂਦਰ ਦੀ ਮੀਟਿੰਗ ਸੀਗੀ, ਉਹਦੇ ਵਿੱਚ ਕ੍ਰਿਸ਼ੀ ਮੰਤਰੀ ਅਤੇ ਜੋ ਹੋਰ ਮਿਨਿਸਟਰ ਸੀਗੇ ਅਮਿਤ ਸ਼ਾਹ ਸਨ, BJP ਪ੍ਰਧਾਨ JP ਨੱਡਾ ਸਨ, ਉਹ ਵੀ ਮੰਥਨ ਕਰ ਰਹੇ ਸਨ ਕਿ ਕਿਸਾਨਾਂ ਦੇ ਵਾਸਤੇ ਕੀ ਉਹਨਾਂ ਦੇ ਅੱਗੇ ਰੱਖਿਆ ਜਾ ਸਕਦਾ ਮੀਟਿੰਗ ਦੇ ਵਿੱਚ। ਉੱਧਰ ਕਿਸਾਨ ਜਥੇਬੰਦੀਆਂ ਬਾਰਡਰ ਦੇ ਉੱਪਰ ਆਪਣੀ ਅਲੱਗ ਤੋਂ ਮੀਟਿੰਗ ਕਰ ਰਹੀਆਂ ਸਨ, ਜਿਹਦੇ ਵਿੱਚ ਫੈਸਲਾ ਲਿਆ ਗਿਆ ਕਿ ਕੇਂਦਰ ਦੇ ਨਾਲ ਬੈਠ ਕੇ ਗੱਲਬਾਤ ਕੀਤੀ ਜਾਵੇ, ਇਸ ਮਸਲੇ ਦਾ ਹੱਲ ਕੱਢਿਆ ਜਾਵੇ। ਮੇਰੇ ਸਹਿਯੋਗੀ ਪਮਿਲ ਭਾਟੀਆ ਮੇਰੇ ਨਾਲ ਮੌਜੂਦ ਨੇ। ਪਮਿਲ, ਕਿਸਾਨਾਂ ਨੇ ਸੱਦਾ ਕਬੂਲ ਲਿਆ, ਫਾਈਨਲੀ ਮੀਟਿੰਗ ਹੋ ਰਹੀ ਹੈ ਕੇਂਦਰ ਤੇ ਕਿਸਾਨਾਂ ਦੇ ਵਿਚਾਲੇ ਅੱਜ, ਤਾਂ ਕਿ ਇਸ ਮਸਲੇ ਦਾ ਹੱਲ ਕੱਢਿਆ ਜਾ ਸਕੇ। ਕੀ ਮੰਨੀਏ ਕਿ ਮੀਟਿੰਗ ਦੇ ਵਿੱਚ ਕੇਂਦਰ ਕੀ ਰਾਹਤ ਦੇ ਸਕਦੀ ਸਰਕਾਰਾਂ ਨੂੰ, ਕਿਸਾਨਾਂ ਨੂੰ ਕੀ ਐਲਾਨ ਹੋ ਸਕਦੇ ਜੋ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਵਿਰੋਧ ਕਰ ਰਿਹਾ, MSP ਦਾ ਰੇੜਕਾ ਜੋ ਬਣਿਆ ਹੋਇਆ, ਉਹਦੇ ਬਾਰੇ ਕੇਂਦਰੀ ਮੰਤਰੀ ਕੀ ਐਲਾਨ ਕਰ ਸਕਦੇ? देखो, सब तो पहली गल हैगी है ऐलान होना अजे उहदी पॉसिबिलिटी बड़ी घट हैगी है। कई चीज़ां ने हुण सेंटर दा तुसी इस ते नज़रिया देखो, केंद्र सरकार कह रही है असी बिना शर्त तो गल करन ते मंजूर आ। शर्त दरअसल किसानां दी हैगी है, सेंटर दी कोई शर्त ही नहीं हैगी सीगी। शर्त किसानां दी हैगी कि सानू इन राइटिंग दवो, बिल नू रद्द करो, कानून वापस लवो, शर्त किसानां दी हैगी सी। हुण सेंटर चाहे इन्नी गल कह रहा कि असी बिना शर्त गल करन नू तैयार हैगे,
ਪਰ ਡਿਪੈਂਡ ਕਰਦਾ ਕਿ ਕਿਸਾਨ ਇਸ ਤੇ ਕੀ ਰੁਕ ਲੈਂਦੇ ਨੇ। ਪਹਿਲੀ ਮੀਟਿੰਗ ਇੰਨਾ ਜ਼ਰੂਰ ਹੈਗਾ ਕਿ ਟੇਬਲ ਟਾਕ ਦੇ ਉੱਤੇ ਟੇਬਲ ਤੇ ਹੀ ਗੱਲ ਮੁੱਕਣੀ ਸੀਗੀ, ਡਾਇਲੋਗ ਹੀ ਇਹਦਾ ਇੱਕਮਾਤਰ ਹੱਲ ਹੈਗਾ। ਹੁਣ ਡਾਇਲੋਗ ਸ਼ੁਰੂ ਹੋ ਰਿਹਾ ਹੈ, ਸੈਂਟਰ ਨੇ ਪਹਿਲ ਕੀਤੀ ਹੈ, ਉਹਨਾਂ ਨੇ ਦੇਖ ਲਿਆ ਕਿ ਕਿਉਂਕਿ ਪੰਜਾਬ ਹਰਿਆਣਾ ਦੇ ਕਿਸਾਨਾਂ ਨੂੰ, ਕੇਰਲ ਦੇ ਕਿਸਾਨਾਂ ਦਾ, MP ਦੇ ਕਿਸਾਨਾਂ ਦਾ, ਹੋਰ ਸਾਊਥ ਸਟੇਟ ਦੇ ਕਿਸਾਨਾਂ ਦਾ ਜਿਹੜਾ ਸਾਥ ਮਿਲਣਾ ਸ਼ੁਰੂ ਹੋ ਗਿਆ, ਉਹਨਾਂ ਨੂੰ ਪਤਾ ਕਿ ਮੂਵਮੈਂਟ ਜਿਹੜੀ ਹੈ ਨੈਸ਼ਨਲ ਮੂਵਮੈਂਟ ਬਣ ਰਹੀ ਹੈ, ਇਹ ਔਖਾ ਕਰ ਦੂਗੀ। ਹੁਣ ਦੀ ਜਿਹੜੀ ਮੀਟਿੰਗ ਹੈਗੀ ਹੈ ਇਹਦੇ ਵਿੱਚ ਇੰਨਾ ਜ਼ਰੂਰ ਹੈ, ਜਿਹੜੇ ਸੁਰਜੀਤ ਕੁਮਾਰ ਜਿਆਣੀ ਉਹਨਾਂ ਨੇ ਥੋੜ੍ਹੀ ਦੇਰ ਪਹਿਲੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਇੰਨੀ ਗੱਲ ਆਖੀ ਹੈ ਕਿ ਪੰਜਾਬ ਹਰਿਆਣਾ ਨੂੰ ਵਿਸ਼ੇਸ਼ ਰਾਹਤ ਦਿੱਤੀ ਜਾ ਸਕਦੀ ਹੈ। ਇਹ ਪੋਜ਼ਿਟਿਵ ਸੰਕੇਤ ਹੈਗਾ, ਕਿਉਂਕਿ ਇਹਨੂੰ ਤੁਸੀਂ ਇਸ ਤਰ੍ਹਾਂ ਦੇ ਨਾਲ ਵੀ ਦੇਖੋ ਕਿ ਜਿਹੜੀਆਂ ਦੂਸਰੀ ਸਟੇਟਸ ਦੇ ਵਿੱਚ, ਪੰਜਾਬ ਹਰਿਆਣਾ ਦੇ ਵਿੱਚ BJP ਦੀ ਲੀਡਰਸ਼ਿਪ ਹੈਗੀ ਹੈ, ਉਹ ਔਨ ਰਿਕਾਰਡ ਚਾਹੇ ਆ ਕੇ ਕੁਛ ਨਾ ਕਵੇ, ਪਰ ਆਫ ਰਿਕਾਰਡ ਉਹ ਸੈਂਟਰ ਦੇ ਨਾਲ, ਆਪਣੀ ਪਾਰਟੀ ਹਾਈ ਕਮਾਂਡ ਦੇ ਨਾਲ ਇਨ ਟੱਚ ਜ਼ਰੂਰ ਹੋਣਗੇ ਕਿ ਇਸ ਐਜੀਟੇਸ਼ਨ ਨੂੰ ਕਿਸੇ ਤਰ੍ਹਾਂ ਦੇ ਨਾਲ ਨਰਮ ਕਰੋ, ਕਿਉਂਕਿ ਉਹਨਾਂ ਦੇ ਪੋਲੀਟੀਕਲ ਕਰੀਅਰ ਦਾਅ 'ਤੇ ਲੱਗੇ ਨੇ। ਜੇ ਉੱਥੇ ਘਰਾਵ ਹੋ ਸਕਦੇ ਤੇ BJP ਦੇ ਲੀਡਰਾਂ ਦੇ ਇੱਥੇ ਵੀ ਘਰਾਵ ਹੋ ਸਕਦੇ, ਤੇ ਇਹ ਸੁਭਾਵਿਕ ਹੈਗਾ ਕਿ ਉਹ ਰਾਬਤੇ ਦੇ ਵਿੱਚ ਹੋਣਗੇ ਕਿ ਘੱਟੋ ਘੱਟ ਜਿੱਥੋਂ ਐਜੀਟੇਸ਼ਨ ਦਾ ਸਿਰਾ ਹੈਗਾ, ਧੁਰਾ ਹੈਗਾ, ਜਿੱਥੋਂ ਜ਼ੋਰ ਫੜਿਆ ਪੰਜਾਬ ਹਰਿਆਣਾ, ਘੱਟੋ ਘੱਟ ਉਹ ਦੋ ਸਟੇਟਸ ਨੂੰ ਕਿਸੇ ਤਰ੍ਹਾਂ ਦੇ ਨਾਲ ਐਗਜ਼ੰਪਸ਼ਨ ਦਿੱਤੀ ਜਾਵੇ, ਥੋੜ੍ਹੀ ਬਹੁਤ ਰਾਹਤ ਦਿੱਤੀ ਜਾਵੇ। ਹੁਣ ਇਹ ਰਾਹਤ ਦਿੱਤੀ ਕਿਵੇਂ ਜਾ ਸਕਦੀ ਹੈ? ਸਿੱਧੇ ਤੌਰ ਤੇ ਪਹਿਲੀ ਮੀਟਿੰਗ ਦੇ ਵਿੱਚ ਇਹ ਨਹੀਂ ਕਿਹਾ ਜਾ ਸਕਦਾ ਕਿ ਅਸੀਂ ਤੁਹਾਡੀ MSP ਠੀਕ ਹੈ ਜਾਰੀ ਰਵਾਂਗੇ, ਅਸੀਂ ਕਾਨੂੰਨ ਦੇ ਵਿੱਚ ਐਡ ਕਰ ਦਾਂਗੇ ਤੇ MSP ਤੁਹਾਡੀ ਚਾਲੂ ਰਹੇਗੀ। ਇਹ ਗੱਲ ਪਹਿਲੇ ਪ੍ਰਧਾਨ ਮੰਤਰੀ ਬਾਰ-ਬਾਰ ਕਹਿ ਚੁੱਕੇ ਨੇ, ਨਰਿੰਦਰ ਸਿੰਘ ਤੋਮਰ ਬਾਰ-ਬਾਰ ਕਹਿ ਚੁੱਕੇ ਨੇ। ਇਸ ਚੀਜ਼ ਦਾ ਕਿਸਾਨਾਂ ਦੇ ਉੱਤੇ ਕੋਈ ਅਸਰ ਨਹੀਂ ਹੋਇਆ, ਕਿਉਂਕਿ ਜਿਹੜੀ ਚੀਜ਼ ਤੁਸੀਂ ਲੋਕ ਸਭਾ ਦੇ ਵਿੱਚ ਬਿੱਲ ਬਣਾ ਕੇ ਬਿੱਲ ਪਾਸ ਕਰਕੇ ਕਾਨੂੰਨ ਬਣਾ ਦਿੱਤਾ, ਉਸ ਨੂੰ ਵਰਬਲੀ ਸ਼ਬਦਾਂ ਦੇ ਨਾਲ ਰੱਦ ਨਹੀਂ ਕੀਤਾ ਜਾ ਸਕਦਾ। ਇਸ ਮੀਟਿੰਗ ਦੇ ਵਿੱਚ ਇੰਨਾ ਜ਼ਰੂਰ ਹੈਗਾ ਕਿ ਗੱਲ ਕਿਸੇ ਪੋਜ਼ਿਟਿਵ ਨੋਟ ਪਾਸੇ ਤੁਰ ਸਕਦੀ ਹੈ, ਪਰ ਇਹ ਕਹਿ ਦੇਣਾ ਕਿ ਇਸ ਮੀਟਿੰਗ ਦੇ ਵਿੱਚੋਂ ਹੱਲ ਨਿਕਲ ਆਏਗਾ, ਕਿਸਾਨ ਕੱਲ ਨੂੰ ਸ਼ਾਮ ਨੂੰ ਰਾਤ ਨੂੰ ਘਰਾਂ ਨੂੰ ਵਾਪਸ ਮੁੜ ਆਉਣਗੇ, ਇਹ ਪੋਸੀਬਲ ਹੀ ਨਹੀਂ ਹੈਗਾ। ਇਹ ਗੱਲ ਪੋਸੀਬਲ ਨਹੀਂ ਹੈਗੀ। ਮੰਨ ਲਓ ਇਸ ਮੀਟਿੰਗ ਦੇ ਵਿੱਚ, ਮੰਨ ਲਿਆ ਜਾਵੇ ਜੇ ਇਸ ਮੀਟਿੰਗ ਦੇ ਵਿੱਚ ਸੈਂਟਰ ਗਵਰਨਮੈਂਟ ਇਹ ਵੀ ਕਹਿ ਦਿੰਦੀ ਹੈ ਕਿ ਅਸੀਂ ਪੰਜਾਬ ਹਰਿਆਣਾ ਨੂੰ MSP 'ਚ ਰਾਹਤ ਦੇ ਦਿੰਦੇ ਹਾਂ, ਉਹਦਾ ਪ੍ਰੋਸੀਜਰ ਕੀ ਹੋਏਗਾ? ਕਿਸ ਤਰ੍ਹਾਂ ਦੇ ਨਾਲ ਰਾਹਤ ਦਿੱਤੀ ਜਾ ਸਕਦੀ ਹੈ? ਦੋ ਹੀ ਤਰੀਕੇ ਆ, ਜਿਸ ਤਰ੍ਹਾਂ ਦੇ ਨਾਲ ਖੇਤੀ ਬਿੱਲਾਂ ਦੇ ਆਰਡੀਨੈਂਸ ਹੋਏ ਸੀਗੇ, ਜਾਂ ਤੇ ਸਰਕਾਰ ਨੂੰ ਆਰਡੀਨੈਂਸ ਕਰਨਾ ਪਊਗਾ। ਆਰਡੀਨੈਂਸ ਕਰਨਾ ਵੀ 1 ਘੰਟੇ ਦਾ ਜਾਂ 2 ਦਿਨਾਂ ਦਾ ਕੰਮ ਨਹੀਂ ਹੈਗਾ, ਉਹਦੀ ਪੂਰੀ ਤਿਆਰ ਕਰਵਾ ਕੇ ਰੂਪਰੇਖਾ ਲਾਅ ਐਕਸਪਰਟ ਦੇ ਨਾਲ ਉਹਦਾ ਆਰਡੀਨੈਂਸ ਕਰਨਾ ਪਏਗਾ, ਫਿਰ ਇਸ ਚੀਜ਼ ਨੂੰ ਰੋਕਿਆ ਜਾ ਸਕਦਾ। ਆਰਡੀਨੈਂਸ ਜਦੋਂ ਹੋ ਜਾਂਦਾ ਫਿਰ ਵੀ 6 ਮਹੀਨੇ ਦਾ ਗੈਪ ਹੁੰਦਾ, ਉਹਦੇ ਵਿੱਚ ਸਲੋਟ ਹੁੰਦਾ। ਦੂਸਰਾ ਤਰੀਕਾ ਜਿਹੜੀ ਕਿਸਾਨ ਲਗਾਤਾਰ ਡਿਮਾਂਡ ਕਰ ਰਹੇ ਆ ਕਿ ਸਪੈਸ਼ਲ ਸੈਸ਼ਨ ਬੁਲਾਓ ਪਾਰਲੀਮੈਂਟ ਦਾ ਤੇ ਖੇਤੀ ਬਿੱਲਾਂ ਨੂੰ ਰੱਦ ਕਰ ਲਓ। ਹੁਣ ਜੇ ਪਾਰਲੀਮੈਂਟ ਦਾ ਸਪੈਸ਼ਲ ਸੈਸ਼ਨ ਬਣਾਉਣਾ ਨਾ ਹੀ ਉਹ 1 ਦਿਨ ਦਾ ਕੰਮ ਹੈਗਾ, ਹੈ ਨਾ, ਤੇ ਇਸ ਦੇ ਲਈ ਇਹ ਪੋਜ਼ਿਟਿਵ ਨੋਟ ਵੱਲ ਇਹ ਗੱਲ ਤੁਰ ਸਕਦੀ ਹੈਗੀ ਆ, ਪਰ ਇਸ ਦਾ ਇਹ ਸੋਚ ਲੈਣਾ ਕਿ ਹੱਲ ਨਿਕਲ ਆਏਗਾ ਉਹ ਇੱਕ ਮੀਟਿੰਗ ਦੇ ਵਿੱਚ ਸੰਭਵ ਨਹੀਂ ਹੈਗਾ। ਪਰ ਇਸ ਦੇ ਵਿੱਚ ਇੱਕ ਹੋਰ ਬੜੀ ਹਰਮਨ ਇੰਪੋਰਟੈਂਟ ਗੱਲ ਹੈਗੀ ਆ। ਅੱਜ ਸੈਂਟਰ ਗਵਰਨਮੈਂਟ ਦੇ ਨਾਲ ਮੀਟਿੰਗ ਹੋ ਰਹੀ ਹੈ, ਕੱਲ ਰਾਤ ਨੂੰ ਚਿੱਠੀ ਨਿਕਲਦੀ ਹੈ ਜਿਸ ਦੇ ਵਿੱਚ ਕੇਂਦਰ ਸਰਕਾਰ ਇਹ ਗੱਲ ਦਾ ਦਾਅਵਾ ਕਰਦੀ ਹੈ ਕਿ ਅਸੀਂ ਗੱਲਬਾਤ ਕਰਨ ਨੂੰ ਤਿਆਰ ਹੈ, ਬਿਨਾਂ ਕਿਸੇ ਸ਼ਰਤ ਤੋਂ ਤੁਸੀਂ ਆ ਕੇ ਸਾਡੇ ਨਾਲ ਗੱਲ ਕਰੋ। ਪਰ 2 ਦਿਨ ਪਹਿਲਾਂ ਪ੍ਰਧਾਨ ਮੰਤਰੀ ਮਨ ਕੀ ਬਾਤ ਕਰਦੇ ਨੇ, ਜਿਸ ਦੇ ਵਿੱਚ ਉਹ ਇਹਨਾਂ ਹੀ ਖੇਤੀ ਬਿੱਲਾਂ ਦੇ ਫਾਇਦੇ ਦੱਸਦੇ ਨੇ। ਯਾਨੀ BJP ਅਲੱਗ ਸੋਚਦੀ ਹੈ, ਪ੍ਰਧਾਨ ਮੰਤਰੀ ਅਲੱਗ ਸੋਚ ਰਿਹਾ, ਇਹ ਪੋਸੀਬਲ ਨਹੀਂ ਹੈਗਾ। BJP ਦਾ ਉਹੀ ਸਟੈਂਡ ਹੈਗਾ ਪਾਰਟੀ ਦਾ, ਕਿਉਂਕਿ ਕਿਹਾ ਜਾਂਦਾ ਕਿ ਪ੍ਰਧਾਨ ਮੰਤਰੀ ਪਾਰਟੀ ਨਾਲ ਵੱਡੇ ਹੋ ਚੁੱਕੇ ਨੇ, ਕਿਉਂਕਿ ਇੱਕ ਉਹਨਾਂ ਨੇ ਚਿਹਰੇ ਦੀ ਪੋਲਿਟਿਕਸ ਕੀਤੀ ਆ, ਵਿਅਕਤੀਗਤ ਰਾਜਨੀਤੀ ਕੀਤੀ ਆ, ਤੇ ਇਸ ਦੇ ਲਈ ਪ੍ਰਧਾਨ ਮੰਤਰੀ ਜਾਂ ਜਿਹੜੇ ਕੈਬਨਿਟ ਮੰਤਰੀ ਨੇ BJP ਦੇ ਖਾਸ ਤੌਰ ਤੇ, ਉਹਨਾਂ ਦੇ ਬਾਰੇ ਵੀ ਇੱਕ ਆਮ ਰਾਏ ਹੈਗੀ ਇਹ ਵਾਲੀ ਕਿ ਉਹਨਾਂ ਦਾ ਕਿਹਾ ਨਾ ਕਿਹਾ ਕੋਈ ਫਰਕ ਨਹੀਂ, ਕੋਈ ਮਾਇਨੇ ਨਹੀਂ ਰੱਖਦਾ, ਜਿੰਨੀ ਦੇਰ ਤੱਕ ਕੋਈ ਸ਼ਬਦ ਪ੍ਰਧਾਨ ਮੰਤਰੀ ਦੇ ਮੂੰਹ 'ਚੋਂ ਨਾ ਨਿਕਲੇ ਜਾਂ ਕੋਈ ਸ਼ਬਦ ਅਮਿਤ ਸ਼ਾਹ ਦੇ ਮੂੰਹ 'ਚੋਂ ਨਾ ਨਿਕਲੇ। ਹੁਣ ਇਹਦੇ ਵਿੱਚ ਸਮੱਸਿਆ ਇਹ ਹੈਗੀ ਹੈ ਕਿ ਜਿਹੜੇ ਪ੍ਰਧਾਨ ਮੰਤਰੀ ਦੇ ਮੂੰਹ 'ਚੋਂ ਸ਼ਬਦ ਨਿਕਲੇ ਸੀਗੇ ਕਿ ਅਸੀਂ MSP ਹਟਾ ਦਾਂਗੇ, ਯਕੀਨ ਉਹਦਾ ਵੀ ਕਿਸੇ ਨੇ ਨਹੀਂ ਕੀਤਾ। ਕਿਸਾਨਾਂ ਨੇ ਵੀ ਸਾਨੂੰ ਇਨ ਰਾਈਟਿੰਗ ਦੇਵੋ, ਜੇ ਬਿੱਲ ਇਨ ਰਾਈਟਿੰਗ ਆਇਆ ਐਕਟ ਦੇ ਰੂਪ ਵਿੱਚ, ਤੇ ਸਾਨੂੰ ਉਹਦੀ ਅਸ਼ੋਰੈਂਸ ਵੀ ਇਨ ਰਾਈਟਿੰਗ ਦੇਵੋ। ਹੁਣ ਪ੍ਰਧਾਨ ਮੰਤਰੀ 2 ਦਿਨ ਪਹਿਲਾਂ ਆਪਣੀ ਮਨ ਕੀ ਬਾਤ ਲੋਕਾਂ ਨੂੰ ਦੱਸਦੇ ਨੇ, ਤੇ ਉਹਦੇ 'ਚ ਇਹ ਗੱਲ ਦਾ ਜ਼ਿਕਰ ਹੁੰਦਾ ਕਿ ਖੇਤੀ ਕਾਨੂੰਨ ਬੜੇ ਵਧੀਆ ਨੇ, ਅਸੀਂ ਵਿਚੋਲੀਆਂ ਦੀ ਭੂਮਿਕਾ ਖਤਮ ਕਰ ਦਾਂਗੇ, ਭਲਾਈ ਵਾਸਤੇ ਬਣਾਏ ਗਏ, ਭਲਾਈ ਲਈ ਹੈਗਾ, ਅਸੀਂ 2022 ਤੱਕ ਇਨਕਮ ਡਬਲ ਕਰ ਦੇਣੀ ਆ। ਤੇ ਹੁਣ ਦੂਸਰੇ 2 ਦਿਨ ਬਾਅਦ ਐਡਾ ਹਿਰਦੇ ਪਰਿਵਰਤਨ ਕਿਵੇਂ ਹੋ ਸਕਦਾ? ਇਹ ਪੋਸੀਬਲ ਨਹੀਂ ਹੈ। ਲੇਕਿਨ ਜਿਹੜੇ ਬਿੱਲਾਂ ਉਹਨਾਂ 'ਚ ਸੋਧ ਹੋ ਸਕਦੀ ਹੈ, ਅਮੈਂਡਮੈਂਟ ਦੀ ਕੋਈ ਗੁੰਜਾਇਸ਼ ਹੈਗੀ ਆ? ਬਿਲਕੁਲ ਅਮੈਂਡਮੈਂਟ ਹੋ ਸਕਦੀ ਹੈ, ਬਿਲਕੁਲ ਅਮੈਂਡਮੈਂਟ ਹੋ ਸਕਦੀ ਹੈ। ਮੈਂ ਉਹੀ ਤੁਹਾਨੂੰ ਦੱਸਿਆ ਕਿ ਇਹਦੇ 2-3 ਤਰੀਕੇ ਹੀ ਆ। ਅਗਰ ਅਮੈਂਡਮੈਂਟ ਵੀ ਹਰਮਨ ਕਰਨੀ ਹੋਵੇ ਤੇ ਅਮੈਂਡਮੈਂਟ ਵੀ ਇਹ ਨਹੀਂ ਹੈਗਾ ਤੁਸੀਂ ਤੁਰੇ ਜਾਂਦੇ ਦੇ ਹੱਥ ਤੇ ਅਮੈਂਡਮੈਂਟ ਰੱਖ ਦੋਗੇ, ਉਹਦਾ ਵੀ ਇੱਕ ਪਾਰਲੀਮੈਂਟਰੀ ਪ੍ਰੋਸੀਜਰ ਹੈ, ਉਹਦਾ ਪਾਰਲੀਮੈਂਟਰੀ ਪ੍ਰੋਸੀਜਰ ਹੈ। ਤੁਹਾਨੂੰ ਅਮੈਂਡਮੈਂਟ ਉਹੀ ਅਗਰ ਅਮੈਂਡਮੈਂਟ ਕਰਨੀ ਹੈ, ਆਰਡੀਨੈਂਸ ਨਾਲੋਂ ਜ਼ਿਆਦਾ ਲੰਬਾ ਪ੍ਰੋਸੀਜਰ ਹੈਗਾ। ਜੇ ਅਮੈਂਡਮੈਂਟ ਕਰਨੀ ਤੁਹਾਨੂੰ ਸੈਸ਼ਨ ਕਾਲ ਕਰਨਾ ਪਵੇਗਾ, ਸੈਸ਼ਨ ਕਾਲ ਕਰਨਾ ਪਵੇਗਾ ਅਗਲੇ 4 ਵਰਕਿੰਗ ਡੇਜ਼ ਦੇ ਵਿੱਚ। ਅੱਜ ਮੰਗਲਵਾਰ ਦਾ ਦਿਨ ਹੈਗਾ, ਸ਼ਨੀਵਾਰ ਤੋਂ ਪਹਿਲੇ ਸਪੈਸ਼ਲ ਸੈਸ਼ਨ ਕਾਲ ਕਰਨਾ ਪਵੇਗਾ, ਔਰ ਜੇ ਸਪੈਸ਼ਲ ਸੈਸ਼ਨ ਕਾਲ ਹੁੰਦਾ ਉਹਦੇ ਵਿੱਚ ਅਮੈਂਡਮੈਂਟ ਲਿਆਂਦੀ ਜਾ ਸਕਦੀ, ਔਰ ਉਸ ਤੋਂ ਸੌਖਾ ਰਸਤਾ ਆਰਡੀਨੈਂਸ ਹੈਗਾ।
ਔਰ ਜੇ ਆਰਡੀਨੈਂਸ ਵੀ ਲਿਆਣਾ ਤਾਂ ਉਹਦੇ ਪਿੱਛੇ ਖੁਦ ਉਹ ਆਰਡੀਨੈਂਸ ਦੇ ਰਸਤੇ ਦੇ ਵਿੱਚ ਵੀ ਪ੍ਰਧਾਨ ਮੰਤਰੀ ਮੋਦੀ ਖੁਦ ਖੜੇ ਨੇ, ਜਿਹੜੇ 2 ਦਿਨ ਪਹਿਲੇ ਇਹ ਕਹਿ ਕੇ ਹਟੇ ਨੇ ਕਿ ਆਰਡੀਨੈਂਸ ਖੇਤੀ ਬਿੱਲ ਕਿਸਾਨਾਂ ਦੇ ਹੱਕ 'ਚ ਹੈਗੇ ਆ। ਔਰ ਪੋਲੀਟੀਕਲ ਪਾਰਟੀ ਇਸ ਚੀਜ਼ ਦਾ ਜ਼ਿਕਰ ਸੀਗਾ, ਉਹਨਾਂ ਨੇ ਕੁਝ ਟਵੀਟ ਕੀਤੇ ਸੀ ਜਿਸ ਦੇ ਵਿੱਚ ਇਹ ਗੱਲ ਕਿਹਾ ਗਿਆ ਕਿ ਭਰਮ ਫੈਲਾਇਆ ਜਾ ਰਿਹਾ, ਇਸ ਦੁਬਾਰਾ ਕਿਹਾ ਗਿਆ ਲੋਕਾਂ ਨੂੰ ਕਿ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ, ਭਰਮ ਫੈਲਾਇਆ ਜਾ ਰਿਹਾ ਕਿ ਇਹ ਬਿੱਲ ਉਹਨਾਂ ਦੇ ਹੱਕ 'ਚ ਨਹੀਂ ਹੈਗੇ। ਤੇ ਇਸ ਦੇ ਵਿੱਚ ਇਸ ਸਾਰੇ ਸਿਨੈਰੀਓ ਦੇ ਵਿੱਚ ਇਹ ਪੋਸੀਬਲ ਨਹੀਂ ਹੈਗਾ ਕਿ ਪ੍ਰਧਾਨ ਮੰਤਰੀ ਜਾਂ ਬੀਜੇਪੀ ਪੂਰੀ ਤਰ੍ਹਾਂ 360 ਡਿਗਰੀ ਯੂ ਟਰਨ ਲੈ ਲੇ। ਇਹ ਇਸ ਦੇ ਵਿੱਚੋਂ ਇੱਕ ਅੱਜ ਦੀ ਮੀਟਿੰਗ ਦੇ ਵਿੱਚ ਜੋ ਇਹ ਸੋਚਿਆ ਜਾ ਸਕਦਾ ਜਾਂ ਲੱਗਦਾ ਕਿ ਸਮਝਾਉਣ ਦੀ ਕੋਸ਼ਿਸ਼ ਦੁਬਾਰਾ ਨਵੇਂ ਸਿਰੇ ਤੋਂ ਕੀਤੀ ਜਾ ਸਕਦੀ, ਉਸ ਦੇ ਵਿੱਚ ਇਹ ਗੱਲ ਹੋ ਸਕਦੀ ਹੈ ਕਿ ਸਮਝਾਉਣ ਦੀ ਕੋਸ਼ਿਸ਼ ਜਿਹੜੀ ਨਰਿੰਦਰ ਤੋਮਰ ਕਰਦੇ ਸੀਗੇ ਉਹ ਹੁਣ ਉਸ ਦੇ ਵਿੱਚ ਇੱਕ ਵੱਡੇ ਚਿਹਰੇ ਐਡ ਕਰ ਦਿੱਤੇ ਜਾਣਗੇ। ਉਸ ਦੇ ਵਿੱਚ ਜੇਪੀ ਨੱਡਾ ਐਡ ਹੋ ਸਕਦੇ ਨੇ, ਜਿਨ੍ਹਾਂ ਦਾ ਕੱਲ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਵਿਰੋਧ ਹੋਇਆ ਸੀਗਾ। ਉਸ ਦੇ ਵਿੱਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਐਡ ਹੋ ਸਕਦੇ ਨੇ। ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਪੋਲਿਟਿਕਸ ਕੀ ਹੈ? ਉਹ ਲਗਾਤਾਰ ਇਹ ਪੋਲਿਟਿਕਸ ਕਰਦੇ ਆਏ ਨੇ ਕਿ ਮੈਂ ਇੱਕ ਕਿਸਾਨ ਦਾ ਪੁੱਤ ਹੈਗਾ, ਛੋਟੀ ਕਿਸਾਨੀ ਦੇ ਘਰੋਂ ਨਿਕਲਿਆ ਹੋਇਆ ਲੀਡਰ ਹੈਗਾ। ਇਸ ਦੇ ਲਈ ਉਹ ਕਿਸਾਨਾਂ ਦੇ ਨਾਲ ਕਨੈਕਟ ਬਹੁਤਾ ਕਰਦੇ ਨੇ, ਉਹਨਾਂ ਨੇ ਉਸ ਕਿਸਮ ਦੀ ਰਾਜਨੀਤੀ ਕੀਤੀ ਹੈਗੀ ਹੈ। ਜੇਪੀ ਮੂਵਮੈਂਟ ਦੇ ਵਿੱਚ ਵੀ ਉਹਨਾਂ ਨੇ ਖੁਦ ਨੂੰ ਮਤਲਬ ਜਿਹੜੀ ਦੂਜੇ ਪਾਸੇ ਦੀ ਜਨਸੰਘ ਦੀ ਰਾਜਨੀਤੀ ਸੀ ਉਹਨਾਂ ਨੇ ਖੁਦ ਨੂੰ ਇੱਕ ਕਿਸਾਨ ਲੀਡਰ ਦੇ ਤੌਰ ਤੇ ਹੀ ਪ੍ਰੋਜੈਕਟ ਕੀਤਾ ਸੀਗਾ। ਉਹ ਇੱਕ ਜਿੱਦਾਂ ਨਰਿੰਦਰ ਤੋਮਰ ਦੀ ਸੁਣਵਾਈ ਨਹੀਂ ਹੋਈ, ਕਿਸਾਨਾਂ ਨਰਿੰਦਰ ਤੋਮਰ ਦੀ ਕ੍ਰੈਡੀਬਿਲਿਟੀ ਡਿੱਗੀ ਹੈ ਦਰਅਸਲ। ਜਿਨ੍ਹਾਂ ਪੋਲੀਟੀਕਲ ਲੀਡਰਾਂ ਉਹਨਾਂ ਦੇ ਵਿੱਚ ਵੱਡਾ ਚਿਹਰਾ ਨਰਿੰਦਰ ਤੋਮਰ ਹੈਗਾ, ਔਰ ਉਹਦਾ ਵੱਡਾ ਕਾਰਨ ਹੈਗਾ ਜਿਸ ਤਰ੍ਹਾਂ ਦੀਆਂ ਰਿਜਿਡ ਜਿਹੜੀਆਂ ਸਟੇਟਮੈਂਟ ਨਰਿੰਦਰ ਤੋਮਰ ਲਗਾਤਾਰ ਦਿੰਦੇ ਰਹੇ ਨੇ, ਜਿਹੜੇ ਜਿਸ ਤਰ੍ਹਾਂ ਦੇ ਐਟੀਟਿਊਡ ਦੇ ਵਿੱਚ, ਜਿਸ ਤਰ੍ਹਾਂ ਦੇ ਬਾਡੀ ਲੈਂਗੁਏਜ ਦੇ ਵਿੱਚ ਉਹਨਾਂ ਨੇ ਮੀਡੀਆ ਦੇ ਵਿੱਚ ਸਟੇਟਮੈਂਟ ਦਿੱਤੀਆਂ, ਉਹਨੂੰ ਲੈ ਕੇ ਵੀ ਵੱਡੀ ਨਾਰਾਜ਼ਗੀ ਹੈਗੀ ਹੈ। ਤੁਸੀਂ ਇੱਕ ਹੋਰ ਬੜੀ ਇੰਟਰਸਟਿੰਗ ਗੱਲ ਦੇਖੋ, ਜਿਸ ਸਮੇਂ ਬੀਜੇਪੀ ਦੇ ਲੀਡਰ ਕਿਸਾਨਾਂ ਨੂੰ ਸਮਝਾਉਣ ਨਿਕਲ ਰਹੇ ਸੀਗੇ, ਵੈਬੀਨਾਰ ਕੀਤੇ ਜਾ ਰਹੇ ਸੀ, ਲਗਾਤਾਰ 8 ਮਿਨਿਸਟਰ ਆਏ ਸੀਗੇ, ਉਸ ਸਮੇਂ ਵੀ ਨਰਿੰਦਰ ਤੋਮਰ ਸਮਝਾ ਰਹੇ ਸੀ, ਪਰ ਨਰਿੰਦਰ ਤੋਮਰ ਦੀ ਬਾਡੀ ਲੈਂਗੁਏਜ ਦੇ ਕਰਕੇ ਉਹ ਲੋਕਾਂ ਦੇ ਵਿੱਚ ਨਹੀਂ ਗਏ, ਕਿਸਾਨਾਂ ਦੇ ਵਿੱਚ ਨਹੀਂ ਗਏ। ਸਮਝਾਉਣਾ ਕਿਸਾਨਾਂ ਨੂੰ ਸੀ, ਸਮਝਾਇਆ ਇੰਟਰਨੈਟ ਤੇ ਬੈਠ ਕੇ। ਤੇ ਹੁਣ ਨਰਿੰਦਰ ਤੋਮਰ ਦੀ ਕ੍ਰੈਡੀਬਿਲਿਟੀ ਇਸ ਦੇ ਵਿੱਚ ਨਹੀਂ ਹੈਗੀ, ਵੱਡੇ ਚਿਹਰੇ ਅੱਗੇ ਕਰਕੇ ਉਸ ਨੂੰ ਨਵੇਂ ਵੱਡੇ ਚਿਹਰੇ ਦੀ ਆਪਾਂ ਗੱਲ ਕਰ ਰਹੇ ਹਾਂ। ਅਮਿਤ ਸ਼ਾਹ ਇਹਦੇ ਵਿੱਚ ਲੱਗਦਾ ਕਿ ਜ਼ਿਆਦਾ ਐਕਟਿਵ ਹੋਏ ਆ। ਕਿਸਾਨ ਆਗੂਆਂ ਨਾਲ ਜੋ ਗੱਲਬਾਤ ਕਹੀ ਜਾ ਰਹੀ ਹੈ ਕਿ ਉਹਨਾਂ ਦੇ ਹੀ ਫੋਨ ਹੈ। ਹੁਣ ਫਿਰ ਖਬਰ ਆ ਰਹੀ ਕਿ ਬਲਬੀਰ ਸਿੰਘ ਰਾਜੇਵਾਲ ਨੂੰ ਵੀ ਅਮਿਤ ਸ਼ਾਹ ਦਾ ਫੋਨ ਆਇਆ ਆ, ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਆ। ਤੇ ਇਦਾਂ ਦੀਆਂ ਚੀਜ਼ਾਂ ਮਤਲਬ ਕਿ ਅਮਿਤ ਸ਼ਾਹ ਅੱਗੇ ਹੋ ਕੇ ਇਸ ਪੂਰੇ ਮਸਲੇ ਦਾ ਹੱਲ ਕੱਢਣ ਲਈ ਅੱਗੇ ਆ ਰਹੇ, ਉਹ ਡਾਇਰੈਕਟ ਫੋਨ ਕਰ ਰਹੇ ਆ ਕਿਸਾਨਾਂ ਨੂੰ। ਦੇਖੋ ਅਮਿਤ ਸ਼ਾਹ ਦੀ ਦਿੱਖ ਕੀ ਹੈਗੀ ਹੈ? ਅਮਿਤ ਸ਼ਾਹ ਦੀ ਦਿੱਖ ਹੈਗੀ ਹੈ ਕਿ ਜਿਹੜੀਆਂ ਪੋਲੀਟੀਕਲ ਸੈਟਿੰਗ ਹੁੰਦੀਆਂ ਨੇ ਨਾ, ਅਮਿਤ ਸ਼ਾਹ ਉਹਦੇ ਬੜੇ ਮਾਹਿਰ ਹੈਗੇ। ਬੰਗਾਲ ਦੇ ਇਲੈਕਸ਼ਨਾਂ ਤੇ ਉਹਦਾ ਅਸਰ ਨਾ ਪਵੇ, ਉਹ ਕਿਉਂਕਿ ਪਹਿਲੇ ਉਹਨਾਂ ਨੇ ਇਸ ਚੀਜ਼ ਨੂੰ ਗੋਲਿਆ ਨਹੀਂ। ਹੁਣ ਜਦੋਂ ਉਹਨਾਂ ਨੂੰ ਲੱਗਦਾ ਕਿ ਦੂਜੀਆਂ ਸਟੇਟ ਐਡ ਹੋਣ ਲੱਗ ਗਈਆਂ, ਇਹਦੇ ਵਿੱਚ ਦੂਜੀ ਸਟੇਟ ਦੇ ਕਿਸਾਨ ਐਡ ਹੋਣ ਲੱਗ ਗਏ, ਤੇ ਉਧਰ ਬੰਗਾਲ ਸਟੇਟ ਖੜੀ ਹੈ ਜਿਹੜੀ ਪਹਿਲੇ ਹੀ ਜਿੱਥੋਂ ਦੀ ਮੁੱਖ ਮੰਤਰੀ ਅਮਿਤ ਸ਼ਾਹ ਦੇ ਬੜੀ ਧੁਰ ਵਿਰੋਧੀ ਸਮਝੀ ਜਾਂਦੀ ਹੈ। ਹੁਣ ਅਮਿਤ ਸ਼ਾਹ ਨੇ ਅੱਗੇ ਆ ਕੇ ਫਰੰਟ ਜਿਹੜਾ ਹੈਗਾ ਉਹ ਸਾਹਮਣਾ ਸ਼ੁਰੂ ਕਰ ਦਿੱਤਾ ਹੈਗਾ ਕਿ ਮੈਂ ਹੁਣ ਕਿਸਾਨਾਂ ਦੇ ਨਾਲ ਗੱਲ ਕਰਦਾ, ਕਿਉਂਕਿ ਮੂਵਮੈਂਟ ਨੈਸ਼ਨਲ ਬਣ ਗਈ। ਪਹਿਲਾਂ ਉਹਨਾਂ ਨੂੰ ਸਟੇਟ ਦੀ ਮੂਵਮੈਂਟ ਲੱਗਦੀ ਸੀ, ਹੁਣ ਇਹ ਮੂਵਮੈਂਟ ਨੈਸ਼ਨਲ ਬਣ ਚੁੱਕੀ। ਰਾਜੇਵਾਲ ਦਾ ਜਿੱਥੋਂ ਤੱਕ ਕੰਸਰਨ ਹੈਗਾ, ਜਿਸ ਸਮੇਂ ਜੋਗਿੰਦਰ ਸਿੰਘ ਉਗਰਾਹਾਂ ਨੂੰ ਫੋਨ ਆਇਆ ਸੀਗਾ, ਜੋਗਿੰਦਰ ਸਿੰਘ ਉਗਰਾਹਾਂ ਇੱਕ ਪੈਰਲਰਲੀ 30 ਕਿਸਾਨ ਜਥੇਬੰਦੀਆਂ ਇੱਕ ਪੈਰਲਰ ਚੱਲ ਰਹੀਆਂ। ਜੋਗਿੰਦਰ ਸਿੰਘ ਉਗਰਾਹਾਂ ਮਾਲਵੇ ਦੀ ਸਭ ਤੋਂ ਵੱਡੀ ਜਥੇਬੰਦੀ ਇੱਕ ਪੈਰਲਰ ਚੱਲ ਰਹੀ ਹੈਗੀ ਹੈ। ਜੋਗਿੰਦਰ ਸਿੰਘ ਉਗਰਾਹਾਂ ਨੂੰ ਨਿੱਜੀ ਤੌਰ ਤੇ ਅਮਿਤ ਸ਼ਾਹ ਦੇ ਫੋਨ ਕਰਨ ਦੀ ਨਾਰਾਜ਼ਗੀ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਵਿੱਚ ਹੈਗੀ ਨੇ। ਦੂਸਰੇ ਪਾਸੇ ਦੀ ਜਥੇਬੰਦੀ ਕਿਹੜੀ ਆ? ਬਲਬੀਰ ਸਿੰਘ ਰਾਜੇਵਾਲ। ਹੁਣ ਉਹਨਾਂ ਲੱਗਾ ਕਿ ਸਾਨੂੰ ਦੋਵੇਂ ਸਿਰੇ ਲੈ ਕੇ ਨਾਲ ਚੱਲਣੇ ਚਾਹੀਦੇ ਹੈਗੇ। ਇਹ ਵੀ ਇੱਕ ਚੰਗੀ ਹੈਗੀ ਹੈ ਕਿ ਪਹਿਲੇ ਜਿਸ ਤਰ੍ਹਾਂ ਸੀਗਾ, ਚੰਗਾ ਸੰਕੇਤ ਹੈ ਕਿ ਬੀਜੇਪੀ ਡਿਵਾਈਡ ਐਂਡ ਰੂਲ ਕਰਨ ਦੀ ਕੋਸ਼ਿਸ਼ ਨਾ ਕਰੇ, ਪਾਰਟੀਆਂ ਅੰਦਰੋਂ ਪਾਰਟੀਆਂ ਹੋਈਆਂ ਜਥੇਬੰਦੀਆਂ ਨੂੰ ਹੋਰ ਜ਼ਿਆਦਾ ਉਹਦਾ ਖਿਲਾਫ ਬਣਾਉਣ ਦੀ ਕੋਸ਼ਿਸ਼ ਨਾ ਕਰੇ। ਹੁਣ ਉਹਨਾਂ ਨੇ ਦੂਜੇ ਪਾਸੇ ਦੀ ਵੀ ਗੱਲਬਾਤ ਸ਼ੁਰੂ ਕੀਤੀ ਹੈਗੀ ਹੈ, ਪਰ ਇਹ ਹਜੇ ਇਸ ਨੂੰ ਐਂਟੀਸਪੇਟ ਕਰਨਾ ਬੜਾ ਔਖਾ ਹੈਗਾ ਕਿ ਬੀਜੇਪੀ ਇਸ ਦੀ ਪੋਲਿਟਿਕਸ ਪੂਰੀ ਤਰ੍ਹਾਂ ਦੇ ਇਸ ਨੂੰ ਨਾਲ ਲੈ ਕੇ ਵਾਕਈ ਨੀਅਤ ਠੀਕ ਹੈਗੀ ਹੈ ਨਾਲ ਲੈ ਕੇ ਚੱਲਣ ਦੀ, ਜਾਂ ਅਮਿਤ ਸ਼ਾਹ ਜਿਹੜੀ ਇਲੈਕਸ਼ਨ ਦੀਆਂ ਕੈਲਕੂਲੇਸ਼ਨ ਕਰਦੇ ਨੇ ਉਹ ਇਹਨੂੰ ਇਸ ਤਰ੍ਹਾਂ ਦੇ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਕਿ ਇਹ ਪੋਲੀਟੀਕਲੀ ਜਿਹੜਾ ਸਿਸਟਮ ਖਰਾਬ ਹੋਣਾ ਹੈਗਾ ਉਹ ਸ਼ੁਰੂ ਹੋ ਗਿਆ। ਇਸ ਦਾ ਅਸਰ ਉਹਨਾਂ ਸਟੇਟਾਂ ਦੇ ਪਏਗਾ ਜਿਨ੍ਹਾਂ ਦੇ ਇਲੈਕਸ਼ਨ ਹੋਣੇ। ਇਸ ਦੇ ਵਿੱਚ ਸਭ ਤੋਂ ਵੱਡੀ ਗੱਲ ਹਰਮਨ ਇੰਪੋਰਟੈਂਟ ਇਹ ਹੈਗੀ ਆ, ਹਰਿਆਣਾ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਤੇ ਪੰਜਾਬ ਦੇ ਵਿੱਚ ਬੀਜੇਪੀ ਤੁਸੀਂ ਦੇਖ ਲਓ, ਪਿਛਲੇ ਜਦੋਂ ਤਾਂ ਦਿੱਲੀ ਦੇ ਧਰਨਾ ਲੱਗਾ, ਬੀਜੇਪੀ ਦੀ ਸਾਰੀ ਲੀਡਰਸ਼ਿਪ ਪੰਜਾਬ ਦੇ ਵਿੱਚ ਸੁਸਰੀ ਵਾਂਗੂ ਸੌਂ ਚੁੱਕੀ ਹੈ। ਉਹਨਾਂ ਨੂੰ ਇਹ ਲੱਗ ਰਿਹਾ ਕਿ ਅਸੀਂ ਘਰ ਤੋਂ ਬਾਹਰ ਵੀ ਪੈਰ ਕਿਵੇਂ ਰੱਖਣਾ। ਕਿਉਂਕਿ ਵਿਰੋਧ ਤਾਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਬੀਜੇਪੀ ਲੀਡਰਾਂ ਦਾ। ਲੀਡਰ ਉੱਥੇ ਜਾਂ ਵੀ ਪ੍ਰੈਸ਼ਰਾਈਜ਼ ਕਰਦੇ ਹੋਣੇ ਆ ਆਪਦੀ ਪਾਰਟੀ ਹਾਈ ਕਮਾਂਡ ਨੂੰ ਕਿ ਤੁਸੀਂ ਕਿਸਾਨਾਂ ਦੇ ਨਾਲ ਪੋਜ਼ਿਟਿਵ ਨੋਟ ਤੇ ਸਾਰਥਕ ਗੱਲਬਾਤ ਕਰੋ, ਨਹੀਂ ਤੇ ਸਾਡੇ ਲਈ ਸਮੱਸਿਆਵਾਂ ਹੋਣਗੀਆਂ। ਇਸ ਦੇ ਲਈ ਅਮਿਤ ਸ਼ਾਹ ਜੋ ਬੀਜੇਪੀ ਦਾ ਪ੍ਰਧਾਨ ਮੰਤਰੀ ਤੋਂ ਬਾਅਦ, ਪ੍ਰਧਾਨ ਮੰਤਰੀ ਦੀ ਆਇਡੈਂਟੀਟੀ ਕੀ ਹੈਗੀ ਹੈ? ਪ੍ਰਧਾਨ ਮੰਤਰੀ ਦੇ ਬਾਰੇ ਕਿਹਾ ਜਾਂਦਾ ਕਿ ਸਭ ਤੋਂ ਅੜੀਅਲ ਸ਼ਖਸ ਜੇ ਬੀਜੇਪੀ ਦੇ ਵਿੱਚ ਕੋਈ ਹੈਗਾ
ਜਿਹਦੀ ਰਾਜਨੀਤੀ ਦੀ ਤੁਲਨਾ ਹਿਟਲਰ ਦੀ ਰਾਜਨੀਤੀ ਦੇ ਨਾਲ ਹੁੰਦੀ ਹੈ, ਉਹ ਹੈਗਾ ਜੋ ਉਹਨੇ ਗੱਲ ਕਹਿਤੀ ਤੇ ਉਸ ਤੇ ਪਿੱਛੇ ਨਹੀਂ ਮੁੜਨਾ। ਹੁਣ ਅਮਿਤ ਸ਼ਾਹ ਪੋਲੀਟੀਕਲ ਸੈਟਿੰਗ ਜਾਂ ਥੋੜਾ ਇੱਕ ਕਦਮ ਅੱਗੇ ਰੱਖੋ ਇੱਕ ਕਦਮ ਪਿੱਛੇ ਰੱਖੋ, ਇਹ ਉਹ ਵਾਲੀ ਰਾਜਨੀਤੀ ਹੈਗੀ ਆ ਕਿ ਇੱਕ ਪਾਸੇ ਜੇ 2 ਦਿਨ ਪਹਿਲਾਂ ਪ੍ਰਧਾਨ ਮੰਤਰੀ ਕਹਿ ਚੁੱਕੇ ਨੇ ਕ੍ਰਿਸ਼ੀ ਬਿੱਲ ਚੰਗੇ ਆ, ਖੇਤੀ ਬਿੱਲ ਚੰਗੇ ਆ, ਤੇ 2 ਦਿਨ ਬਾਅਦ ਬੀਜੇਪੀ ਦਾ ਸਭ ਤੋਂ ਵੱਡਾ ਚਿਹਰਾ ਗੱਲਬਾਤ ਲਈ ਅੱਗੇ ਆ ਜਾਏ ਕਿ ਆਓ ਅਸੀਂ ਟੇਬਲ ਟਾਕ ਤੇ ਬੈਠਦੇ ਹਾਂ। ਇੱਕ ਤੁਹਾਨੂੰ ਹੋਰ ਇਸ ਦੇ ਵਿੱਚ ਦੱਸਦਾ, 2-3 ਦਿਨ ਪਹਿਲੇ ਬੀਜੇਪੀ ਦੇ ਜਿਹੜੇ ਲੀਡਰ ਇਹ ਗੱਲ ਕਹਿੰਦੇ ਸੀਗੇ ਕਿ ਅੱਤਵਾਦੀ ਹੈਗੇ ਆ, ਅਸੀਂ ਨੈਸ਼ਨਲਿਸਟ ਹੈਗੇ ਆ ਔਰ ਇਹ ਅੰਦੋਲਨ 'ਚ ਖੜੇ ਲੋਕ ਅੱਤਵਾਦੀ ਹੈਗੇ ਆ, ਖਾਲਿਸਤਾਨੀ ਹੈਗੇ ਆ, ਉਹੀ ਲੀਡਰ ਹੁਣ 2-3 ਦਿਨ ਬਾਅਦ ਉਹਨਾਂ ਲੀਡਰਾਂ ਦੇ ਨਾਲ ਟੇਬਲ ਤੇ ਗੱਲਬਾਤ ਕਰਨ ਲਈ ਬੈਠ ਰਹੇ ਨੇ। ਹੁਣ ਬੀਜੇਪੀ ਨੂੰ ਕੋਈ ਸਵਾਲ ਕਰ ਸਕਦਾ ਤੁਸੀਂ ਅੱਤਵਾਦੀਆਂ ਦੇ ਨਾਲ ਕਿਉਂ ਬੈਠ ਰਹੇ ਹੋ ਗੱਲ ਕਰਨ, ਜੇ ਤੁਸੀਂ ਜਿਨ੍ਹਾਂ ਨੂੰ ਤੁਸੀਂ ਇੱਕੋ ਬ੍ਰਸ਼ ਨਾਲ ਪੇਂਟ ਕਰ ਦਿੱਤਾ ਕਿ ਇਹ ਸਾਰੇ ਖਾਲਿਸਤਾਨੀ ਹੈਗੇ ਆ, ਤੁਸੀਂ ਖਾਲਿਸਤਾਨੀਆਂ ਨਾਲ ਕਿਵੇਂ ਬੈਠ ਰਹੇ ਹੋ, ਤੁਸੀਂ ਤਾਂ ਨੈਸ਼ਨਲਿਸਟ ਹੈਗੇ ਹੋ। ਇਹਦਾ ਮਤਲਬ ਤੁਹਾਡੀ ਪੁਰਾਣੀ ਸਟੇਟਮੈਂਟ ਤੁਸੀਂ 3 ਦਿਨ ਬਾਅਦ ਖੁਦ ਕਾਊਂਟਰ ਕਰ ਦਿੱਤੀ, ਉਹ ਖਾਲਿਸਤਾਨੀ ਨਹੀਂ ਹੈਗੇ, ਸਾਨੂੰ ਟੇਬਲ ਤੇ ਆ ਕੇ ਬੈਠਣਾ ਚਾਹੀਦਾ। ਇਸ ਲਈ ਆਪਣੇ ਬਿਆਨਾਂ ਤੇ ਸਵਾਲ ਖੜੇ ਕਰਤੇ। ਅੱਛਾ, ਓਵਰਆਲ ਮੰਨੀਏ ਕਿ ਇਹਦਾ ਰੀਜ਼ਨ ਕੀ ਕਿ ਬੀਜੇਪੀ ਸਰਕਾਰ ਰੈਡੀ ਹੋਈ ਗੱਲ ਕਰਨ ਲਈ, ਜੋ ਓਵਰਆਲ ਇੱਕ ਪ੍ਰੈਸ਼ਰ ਬਿਲਟ ਹੋ ਗਿਆ ਦੇਸ਼ ਤੋਂ ਲੈ ਕੇ ਵਿਦੇਸ਼ ਤੱਕ, ਯੂਪੀ ਦੇ ਕਿਸਾਨ ਹੁਣ ਹਰਿਆਣੇ ਦੇ ਕਿਸਾਨ ਹੁਣ ਉਹ ਵੀ ਪੰਜਾਬ ਦੇ ਕਿਸਾਨਾਂ ਦੇ ਨਾਲ ਆ ਕੇ ਖੜੇ ਹੋ ਗਏ। ਥੋੜੀ ਦੇਰ ਪਹਿਲਾਂ ਜਸਟਿਨ ਟਰੂਡੋ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਉਹ ਵੀ ਕਹਿ ਰਿਹਾ ਕਿ ਉਹਨਾਂ ਨੇ ਅਪੀਲ ਕੀਤੀ ਭਾਰਤ ਸਰਕਾਰ ਨੂੰ ਕਿ ਇਹਦਾ ਹੱਲ ਕੱਢਿਆ ਜਾਵੇ ਤੇ ਜਿਹੜੇ ਕਰੋਨਾ ਦਾ ਜੋ ਸਿਚੁਏਸ਼ਨ ਬਣੀ ਉਹਨਾਂ ਇਕੱਠੇ ਹੋ ਕੇ ਲੜੋ ਤੇ ਜੋ ਮਸਲੇ ਦਾ ਹੱਲ ਹੈ ਉਹ ਕੱਢ ਦਿੱਤਾ ਜਾਵੇ। ਕਿਸਾਨਾਂ ਦੇ ਹੱਕ 'ਚ ਹਾਂ ਦਾ ਨਾਰਾ ਕੈਨੇਡਾ ਬੈਠੇ ਪ੍ਰਧਾਨ ਮੰਤਰੀ ਨੇ ਮਾਰ ਦਿੱਤਾ। ਦੇਖੋ, ਕੈਨੇਡਾ ਦੇ ਵਿੱਚ ਜਸਟਿਨ ਟਰੂਡੋ ਦੀ ਸਟੇਟਮੈਂਟ ਵੀ ਬੜੀ ਇੰਪੋਰਟੈਂਟ ਹੈ ਹਨਾ। ਕੈਨੇਡਾ ਦੇ ਵਿੱਚ, ਵੈਸਟ ਕੈਨੇਡਾ ਦੇ ਵਿੱਚ ਸਭ ਤੋਂ ਵੱਧ ਆਬਾਦੀ ਹੈਗੀ ਹੈ ਪੰਜਾਬੀਆਂ ਦੀ। ਇਸ ਸਮੇਂ ਤੁਸੀਂ ਵੈਸਟ ਕੈਨੇਡਾ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਗਰ ਤੁਸੀਂ ਦੇਖੋ, ਟੋਰਾਂਟੋ ਔਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅੱਜ ਵੀ ਇਸ ਸਮੇਂ ਵੀ ਪ੍ਰੋਟੈਸਟ ਹੋ ਰਹੇ ਨੇ। ਬ੍ਰਿਟਿਸ਼ ਕੋਲੰਬੀਆ ਦੀਆਂ ਸੜਕਾਂ ਦੇ ਉੱਤੇ ਲੋਕ ਖੜੇ ਨੇ ਔਰ ਟੋਰਾਂਟੋ ਦੀਆਂ ਵੀ, ਜਿੱਥੇ ਬਰਫ਼ ਪੈਣੀ ਸ਼ੁਰੂ ਹੋ ਗਈ ਹੈ ਉੱਥੇ ਵੀ ਸੜਕਾਂ ਦੇ ਉੱਤੇ ਲੋਕ ਆਪਣੇ ਪਰਿਵਾਰ, ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਕੇ ਉੱਥੇ ਪਰਿਵਾਰ ਖੜੇ ਨੇ ਜਿਹੜੇ ਕਿਸਾਨਾਂ ਦੀ ਸਪੋਰਟ ਕਰਦੇ ਨੇ। ਪੰਜਾਬੀਆਂ ਦੇ ਬਾਰੇ ਇੱਕ ਖਾਸ ਚੀਜ਼ ਹੈਗੀ ਹੈ, ਪੰਜਾਬੀਆਂ ਦੇ ਆਪਸੀ ਡਿਫਰੈਂਸਿਸ ਜਿੰਨੇ ਮਰਜ਼ੀ ਹੋਣ, ਪਰ ਜਦੋਂ ਕੋਈ ਪੰਜਾਬੀਆਂ ਦੀਆਂ ਜਿੰਨੀਆਂ ਅੱਜ ਤੱਕ 7 ਲੋਕ ਲਹਿਰਾਂ ਪੰਜਾਬ ਦੇ ਵਿੱਚ ਅੱਜ ਤੱਕ ਖੜੀਆਂ ਹੋਈਆਂ ਨੇ ਔਰ ਜਿੰਨੀਆਂ ਵੀ ਹੋਈਆਂ ਨੇ ਵੱਡੇ ਤੌਰ ਤੇ, ਜਿਹੜੀਆਂ ਆਮ ਲੋਕ ਜਿਸ ਦੇ ਵਿੱਚ ਜ਼ਿਆਦਾ ਸ਼ਾਮਿਲ ਹੋਏ ਨੇ, ਦੁਨੀਆ ਭਰ ਦੇ ਵਿੱਚ ਕਿਸਾਨਾਂ ਨੇ ਲੋਕਾਂ ਨੇ ਉਸ ਦਾ ਸਮਰਥਨ ਕੀਤਾ ਔਰ ਉਹ ਚੀਜ਼ ਹੁਣ ਦਾ ਮੈਸੇਜ ਆ ਰਿਹਾ ਹੈਗਾ ਕਿ ਪੰਜਾਬੀ ਜਿੱਥੇ ਕਿਤੇ ਵੀ ਹੈਗੇ ਆ ਔਰ ਉਹ ਇਸ ਐਜੀਟੇਸ਼ਨ ਨੂੰ ਸਪੋਰਟ ਕਰਦੇ। ਜਸਟਿਨ ਟਰੂਡੋ ਜਿਨ੍ਹਾਂ ਦੀ ਕੈਬਨਿਟ ਦੇ ਵਿੱਚ ਇੰਡੀਆ ਦੀ ਕੈਬਨਿਟ ਦੇ ਨਾਲੋਂ ਜ਼ਿਆਦਾ ਪੰਜਾਬੀ ਮਿਨਿਸਟਰ ਹੈਗੇ ਨੇ ਤੇ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਣਾ ਇਸ ਲਈ ਸੁਭਾਵਿਕ ਹੈਗਾ। ਜਿਹੜੇ ਪ੍ਰਕਾਸ਼ ਪੁਰਬ ਦੀ ਜਸਟਿਨ ਟਰੂਡੋ ਗੁਰੂ ਨਾਨਕ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਨੇ, ਵਿਸਾਖੀ ਦੀ ਪੰਜਾਬੀ ਕਿਸਾਨਾਂ ਨੂੰ ਵਧਾਈ ਦਿੰਦੇ ਨੇ, ਤੇ ਉਹ ਕਿਵੇਂ ਦੂਰ ਰਹਿ ਸਕਦੇ ਸੀਗੇ ਔਰ ਉਹਨਾਂ ਨੇ ਇੱਕ ਬਿਲਕੁਲ ਸਪੋਰਟ ਕੀਤੀ ਹੈਗੀ ਹੈ। ਔਰ ਇਸ ਤਰ੍ਹਾਂ ਦੀ ਸਪੋਰਟ ਜਿਹੜੀ ਹੈਗੀ ਆ ਉਹ ਅਮਰੀਕਾ ਤੋਂ ਵੀ ਆ ਰਹੀ ਹੈ, ਹੋਰ ਮੁਲਕਾਂ ਤੋਂ ਵੀ, ਯੂਰਪ ਦੇ ਕਈ ਦੇਸ਼ਾਂ ਦੇ ਵਿੱਚ ਲੋਕ ਬੈਠੇ ਨੇ। ਤੇ ਹੁਣ ਜਿਹੜਾ ਇਸ ਐਜੀਟੇਸ਼ਨ ਦਾ ਅਸਰ, ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਨੈਸ਼ਨਲ ਹੋ ਗਈ, ਕਿਉਂਕਿ ਹੁਣ ਹੈਸ਼ਟੈਗ ਚੱਲ ਰਹੇ ਨੇ, ਹੈਸ਼ਟੈਗ ਫਾਰਮਰਸ ਪ੍ਰੋਟੈਸਟ ਜਿਹੜੇ ਟ੍ਰੈਂਡ ਕਰ ਰਹੇ ਨੇ, ਉਸ ਦੇ ਨਾਲ ਇੰਟਰਨੈਸ਼ਨਲ ਮੀਡੀਆ ਨੇ ਇਸ ਨੂੰ ਕਵਰ ਕਰਨਾ ਸ਼ੁਰੂ ਕੀਤਾ ਹੈ। ਤੇ ਉਹਦਾ ਜਿਹੜਾ ਮੈਸੇਜ ਹੈ ਕਿਸਾਨਾਂ ਦੇ ਇਸ ਪ੍ਰੋਟੈਸਟ ਦਾ, ਇਸ ਦੇ ਵਿੱਚ ਮੈਂ ਕਹਿੰਦਾ ਵੀ ਨੈਸ਼ਨਲ ਮੀਡੀਆ ਦਾ ਰੋਲ ਜ਼ੀਰੋ ਰਿਹਾ ਔਰ ਰੀਜਨਲ ਮੀਡੀਆ ਦਾ ਪੰਜਾਬ ਦੇ ਬਾਰੇ ਦੁਨੀਆ ਭਰ ਦੇ ਵਿੱਚ ਇੱਕ ਮੈਸੇਜ ਗਿਆ। ਸਭ ਤੋਂ ਵੱਡਾ ਸੋਸ਼ਲ ਮੀਡੀਆ ਦਾ ਰੋਲ, ਜਿਨ੍ਹਾਂ ਨੇ ਹਰ ਚੀਜ਼ ਬਿਲਕੁਲ ਪੰਜਾਬ ਦੇ ਸੋਸ਼ਲ ਮੀਡੀਆ ਦਾ ਕੰਟਰੀਬਿਊਸ਼ਨ ਇੰਨਾ ਜ਼ਬਰਦਸਤ ਹੈ। ਇਸ ਮੂਵਮੈਂਟ ਦਾ ਜਦੋਂ ਵੀ ਇਤਿਹਾਸ ਲਿਖਿਆ ਜਾਏਗਾ, ਇਹ ਮੂਵਮੈਂਟ ਇਤਿਹਾਸਕ ਹੈ, ਇਸ ਮੂਵਮੈਂਟ ਦਾ ਹਿਸਟਰੀ ਲਿਖੀ ਜਾਏਗੀ ਗਾਂ, ਜਦੋਂ 84 ਤੋਂ ਬਾਅਦ ਦਾ ਇਤਿਹਾਸ ਪੰਜਾਬ ਦਾ ਜਦੋਂ ਲਿਖਿਆ ਜਾਏਗਾ, ਇਸ ਮੂਵਮੈਂਟ ਦਾ ਜ਼ਿਕਰ ਆਏਗਾ ਔਰ ਉਸ ਸਮੇਂ ਪੰਜਾਬ ਦਾ ਆਪਣਾ ਰੀਜਨਲ ਮੀਡੀਆ ਦਾ ਰੋਲ ਬੜਾ ਪੋਜ਼ਿਟਿਵ ਇਸ ਦੇ ਵਿੱਚ ਗਿਣਿਆ ਜਾਏਗਾ। ਕਿਉਂਕਿ ਹਮੇਸ਼ਾ ਕਿਹਾ ਜਾਂਦਾ ਕਿ ਜਿਹੜਾ ਐਮਰਜੈਂਸੀ ਦੇ ਦੌਰ ਦਾ ਮੀਡੀਆ ਸੀਗਾ, ਉਹ ਬਲੂ ਸਟਾਰ ਦੇ ਦੌਰ ਦਾ ਮੀਡੀਆ ਸੀਗਾ, ਉਸ ਦੇ ਉੱਤੇ ਬਹੁਤ ਸਾਰਾ ਜਿਹੜਾ ਬਾਇਸਡ ਮੀਡੀਆ ਸੀਗਾ, ਬਹੁਤ ਸਾਰਾ ਕੁਛ ਕੁ ਲੋਕ ਅਜੇ ਤੱਕ ਲੋਕ ਉਸ ਤੇ ਲਿਖ ਰਹੇ ਨੇ, ਪਰ ਇਸ ਮੂਵਮੈਂਟ ਦਾ ਜਿਹੜਾ ਮੀਡੀਆ ਇੱਕ ਉਸ ਦਾ ਬੜਾ ਪੋਜ਼ਿਟਿਵ ਰੋਲ ਜਿਹੜਾ ਉਹ ਨਜ਼ਰ ਆਏਗਾ। ਇੱਕ ਹੋਰ ਚੀਜ਼ ਹੈਗੀ ਹੈ, ਪੰਜਾਬ ਦਾ ਜਿਹੜਾ ਮੈਸੇਜ ਗਿਆ ਦੁਨੀਆ ਭਰ ਦੇ ਵਿੱਚ, ਉਸ ਦੇ ਵਿੱਚ ਇੱਕ ਹੋਰ ਇਹ ਵੀ ਬੜੀ ਇੰਪੋਰਟੈਂਟ ਰੋਲ ਰਿਹਾ ਕਿ ਪੰਜਾਬ ਜਿਹੜਾ ਨੈਸ਼ਨਲ ਮੀਡੀਆ ਖੁਦ ਨੂੰ ਕਥਿਤ ਤੌਰ ਤੇ ਨੈਸ਼ਨਲਿਸਟ ਦਿਖਾਉਣ ਦੀ ਕੋਸ਼ਿਸ਼ ਕਰਦਾ, ਪਰ ਪੰਜਾਬ ਦੇ ਮੀਡੀਆ ਨੇ ਖੁਦ ਨੂੰ ਜਿੰਨਾ ਪ੍ਰੋ ਪੰਜਾਬੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ ਦੇ ਵਿੱਚ ਬੜਾ ਸਫਲ ਹੋਇਆ। ਇਹ ਐਜੀਟੇਸ਼ਨ ਦੁਨੀਆ ਭਰ ਤੱਕ ਜਿੰਨਾ ਵੀ ਗਿਆ, ਉਸ ਦੇ ਵਿੱਚ 110%, 110% ਜਿਹੜਾ ਖਾਲਸ ਰੋਲ ਹੈਗਾ ਉਹ ਪੰਜਾਬੀ ਮੀਡੀਆ ਦਾ, ਰੀਜਨਲ ਮੀਡੀਆ ਦਾ, ਔਰ ਜਿਸ ਦੇ ਵਿੱਚ ਮੇਨ ਸਟ੍ਰੀਮ ਮੀਡੀਆ ਨਾਲੋਂ ਜ਼ਿਆਦਾ ਰੋਲ ਹੈਗਾ ਸੋਸ਼ਲ ਮੀਡੀਆ ਦਾ। ਵੈਬ ਟੀਵੀ ਜਿਹੜੇ ਹੈਗੇ ਨੇ, ਉਹਨਾਂ ਨੇ ਬੜਾ ਪੋਜ਼ਿਟਿਵ ਰੋਲ ਜਿਹੜਾ ਅਦਾ ਕੀਤਾ, ਕਿਉਂਕਿ ਚਾਹੇ ਸੈਂਟਰ ਗਵਰਨਮੈਂਟ ਜਿਹਦਾ ਕੰਟਰੋਲ ਹੈਗਾ ਨੈਸ਼ਨਲ ਮੀਡੀਆ ਤੇ, ਉਹਨਾਂ ਨੇ ਕਿੰਨੀ ਵੀ ਕੋਸ਼ਿਸ਼ ਕੀਤੀ
ਕਿ ਨੈਸ਼ਨਲ ਮੀਡੀਆ ਇਸ ਤੋਂ ਦੂਰ ਰਵੇ, ਇਸ ਐਜੀਟੇਸ਼ਨ ਤੋਂ ਦੂਰ ਰਵੇ, ਕਿਸਾਨਾਂ ਦੀ ਗੱਲ ਦੇਸ਼ ਦੁਨੀਆ ਦੇ ਵਿੱਚ ਨਾ ਜਾਵੇ। ਜੋ ਗਈ ਹੈ ਗੱਲ ਤੋ ਸਿਰਫ ਪੰਜਾਬੀ ਮੀਡੀਆ ਦੀ ਵਜ੍ਹਾ ਦੇ ਨਾਲ ਦੂਸਰੀਆਂ ਸਟੇਟ ਦੇ ਵਿੱਚ ਗਈ ਹੈ। ਜਿਹੜੇ ਕੈਨੇਡਾ ਅਮਰੀਕਾ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਉਹਦਾ ਵੀ 100% ਸਿਰਾ ਜਿਹੜਾ ਉਹ ਰੀਜਨਲ ਮੀਡੀਆ ਦੇ ਸਿਰ ਹੈਗਾ, ਜਿਨ੍ਹਾਂ ਨੇ ਦੁਨੀਆ ਤੱਕ ਗੱਲ ਪਹੁੰਚਾਈ ਹੈ ਕਿ ਕਿਸਾਨਾਂ ਦੇ ਨਾਲ ਆਹ ਕੁਛ ਹੋ ਰਿਹਾ, ਇੰਨਾ ਧੱਕਾ ਸੈਂਟਰ ਗਵਰਨਮੈਂਟ ਕਰ ਰਹੀ ਹੈ ਔਰ ਪੰਜਾਬ ਦਾ ਮੀਡੀਆ ਇਸ ਸਟੇਜ ਤੇ ਖੜਾ। ਬਿਲਕੁਲ ਧੰਨਵਾਦ ਡਿਸਕਸ਼ਨ ਲਈ। ਸੋ ਓਵਰਆਲ ਜੋ ਇੱਕ ਪ੍ਰੈਸ਼ਰ ਆਪਾਂ ਕਹਿ ਸਕਦੇ ਹਾਂ ਬਿਲਟ ਹੋਇਆ ਸੈਂਟਰ ਦੀ ਸਰਕਾਰ ਦੇ ਉੱਪਰ, ਇਸੇ ਦੇ ਚੱਲਦੇ ਸੈਂਟਰ ਦੀ ਸਰਕਾਰ ਰਾਜ਼ੀ ਹੋਈ ਬੇਸ਼ਰਤ ਮੀਟਿੰਗ ਦੇ ਵਾਸਤੇ ਤੇ ਹੁਣ 3 ਵਜੇ ਵਿਗਿਆਨ ਭਵਨ ਦਿੱਲੀ ਦੇ ਵਿੱਚ ਕਿਸਾਨਾਂ ਦੀਆਂ ਜੋ ਨੁਮਾਇੰਦੇ ਨੇ ਉਹ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਕਰਨਗੇ। ਵੱਡੇ ਚਿਹਰੇ ਸਰਕਾਰ ਦੇ ਇਸ ਮੀਟਿੰਗ 'ਚ ਸ਼ਾਮਲ ਹੋਣਗੇ। ਇਸ ਮੀਟਿੰਗ ਤੇ ਨਿਗਾਹ ਟਿਕੀ ਹੋਈ ਹੈ। ਹਾਲਾਂਕਿ ਕੋਈ ਵੱਡਾ ਐਲਾਨ ਹੋਣ ਦੀ ਸੰਭਾਵਨਾ ਜਿਵੇਂ ਕਿ ਮੇਰੇ ਸਹਿਯੋਗੀ ਨੇ ਦੱਸਿਆ ਨਹੀਂ ਹੈ, ਲੇਕਿਨ ਕੁਝ ਨਾ ਕੁਝ ਅਹਿਮ ਨਿਕਲ ਕੇ ਇਸ ਮੀਟਿੰਗ 'ਚੋਂ ਸਾਹਮਣੇ ਆਏਗਾ। ਕੋਈ ਸਹਿਮਤੀ ਬਣ ਸਕਦੀ ਹੈ ਕਿਉਂਕਿ ਹੁਣ ਤੱਕ ਤਾਂ ਕਿਸਾਨਾਂ ਨੇ ਆਪਣਾ ਪੱਖ ਵੀ ਚੰਗੀ ਤਰੀਕੇ ਨਾਲ ਕੇਂਦਰ ਨੂੰ ਨਹੀਂ ਦੱਸਿਆ ਸੀ। ਜੋ ਪਹਿਲਾਂ ਮੀਟਿੰਗਾਂ ਹੋਈਆਂ ਬੇਸਿੱਟਾ ਨਿਕਲੀਆਂ, ਕਿਸਾਨ ਵਿੱਚ ਹੀ ਛੱਡ ਕੇ ਬਾਹਰ ਨਿਕਲ ਆਏ ਸੀ ਤੇ ਹੁਣ ਕੇਂਦਰ ਨੇ ਜੋ 3 ਦਸੰਬਰ ਦੀ ਮੀਟਿੰਗ ਸੱਦੀ ਹੋਈ ਸੀ ਉਹ ਬੇहद ਲੇਟ ਸੀ। ਇਸ ਲਈ ਅੱਜ ਜੋ ਮੀਟਿੰਗ ਕੇਂਦਰ ਨੇ ਸੱਦੀ ਉਹਦੇ ਇਨਵੀਟੇਸ਼ਨ ਬੀਤੀ ਰਾਤ ਰਿਟਨ ਫਾਰਮ ਦੇ ਵਿੱਚ ਪਹੁੰਚਿਆ ਕਿਸਾਨਾਂ ਤੱਕ ਤੇ ਹੁਣ ਕਿਸਾਨਾਂ ਨੇ ਵੀ ਹਾਮੀ ਭਰੀ ਹੈ ਕਿ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ। ਦੇਸ਼ਾਂ ਵਿਦੇਸ਼ਾਂ ਤੱਕ ਕਿਸਾਨਾਂ ਦੇ ਇਸ ਅੰਦੋਲਨ ਦੀਆਂ ਚਰਚਾਵਾਂ ਨੇ। ਲੱਖਾਂ ਕਿਸਾਨ ਦਿੱਲੀ ਦੇ ਬਾਰਡਰਾਂ ਦੇ ਉੱਪਰ ਡਟੇ ਹੋਏ ਨੇ। ਪੰਜਾਬ ਸਰਕਾਰ ਉਹਨਾਂ ਨੂੰ ਸਪੋਰਟ ਕਰ ਰਹੀ ਹੈ, ਦਿੱਲੀ ਦੀ ਸਰਕਾਰ ਉੱਥੇ ਹਰ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਸੇ ਵਿਚਾਲੇ ਜੋ ਅੱਜ ਮੀਟਿੰਗ ਹੈ ਬੇहद ਅਹਿਮ ਮੰਨੀ ਜਾ ਰਹੀ ਹੈ। ਨਿਗਾਹਾਂ ਇੱਥੇ ਟਿਕੀਆਂ ਰਹਿਣਗੀਆਂ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ, ਕਿਉਂਕਿ ਕੋਈ ਵੱਡੀ ਗੱਲ ਨਿਕਲ ਕੇ ਸਾਹਮਣੇ ਆਏਗੀ ਜ਼ਰੂਰ। ਹਾਲਾਂਕਿ ਕੋਈ ਵੱਡਾ ਫੈਸਲਾ ਆਉਣ ਦੀ ਸੰਭਾਵਨਾ ਹਾਲੇ ਨਹੀਂ ਹੈ, ਲੇਕਿਨ ਜਿਸ ਤਰ੍ਹਾਂ ਦੇ ਨਾਲ ਕੇਂਦਰ ਰਾਜ਼ੀ ਹੋਇਆ, ਵੱਡੇ ਚਿਹਰੇ ਸ਼ਾਮਲ ਹੋਣਗੇ, ਕਿਸਾਨ ਜਾਣਗੇ, ਆਪਣਾ ਆਪਣਾ ਪੱਖ ਰੱਖਣਗੇ, ਕੋਈ ਸਮਝਾਉਣ ਦੀ ਕੋਸ਼ਿਸ਼ ਹੋਏਗੀ ਤਾਂ ਕੋਈ ਕੀ ਕੁਝ ਅਹਿਮ ਵਿੱਚੋਂ ਨਿਕਲ ਕੇ ਸਾਹਮਣੇ ਆਏਗਾ ਉਹ ਤੇ ਨਿਗਾਹ ਜ਼ਰੂਰ ਬਣੀ ਰਹੇਗੀ। ਫਿਲਹਾਲ ਤਾਜ਼ਾ ਅਪਡੇਟਸ ਲਈ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ। ऑल वर्ल्ड ओपन चैलेंज 17-टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648।